ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हे प्राणनाथ गोबिंद है कृपा निधान जगत गुरु। हे संसार ताप हरण करना मैं सब दुख हरो। हे शरण जोग दयाल है दीनानाथ मया करो। शरीर स्वस्थ खीन समय सिमरंत नानक राम दामोदर माधव है। परम सत्कारयोग चवर तख्त की मालिक गुरतगति पर सुभायमान दसों पातशाहों की आत्मक जोत तन तन गुरु ग्रंथ साहिब जी महाराज इन्हां दी पावन पवित्र छतर छाया हेठ गुरसिੱਖੀ जीवन बतीत कर रही गुरु सवारी गुरु प्यारी गुरमुख साध संगत सत्संगी प्राणियों गुर खालसा जी समूह इलाका निवासी गुरु प्यारियां नूं धन धन श्री गुरु नानक देव जी दे अवतार पूर्व दियां लख लख बधाइयां होण। भाई गुरदास जी ने अपनियां वारां दे अंदर संसार दी उत्पत्ति दी व्याख्या इस पौड़ी दे विच इस तरह कीती है। पृथ्वी सासन मास सन। भाई गुरदास जी आखदे ने सब तो पहला कुछ भी नहीं सी, ना सास सी ना मास सी। अंध धुंध कश खबर ना पाई। चारे पासे अंध धुंध सी, किसी नूं कुछ भी खबर नहीं सी। जदों कुछ है ही नहीं सी, केवल ते केवल वो अकाल पुरख वाहिगुरु आप सुन समाधि दे विच लीन सी। रगत बिंद की देह रच उपरंत उस अकाल पुरख वाहिगुरु ने वेखो इस शरीर की रचना की। माता दे रक्त ते पिता दी बिंद तो पंज तत्त की जड़त जड़ाई। इस तरह फिर पंज तत्त ने ना जेड़े इन्हां दे नाल इस शरीर की किड्डी सोहनी जड़त जड़ा दिती बना दिती। श्री राग दे अंदर धन गुरु ग्रंथ साहिब जी दे पावन 19 अंग ते आउंदा है साचे ते पवना पया। सब तो पहला उस अकाल पुरख वाहिगुरु तो पंजां तत्तां दे रूप दे विच पवन होईए ते पवन तो अगे फिर जल की उत्पत्ति हुई है। इस तरह फिर अगे तो अगे ये पंजे तत्त बने ने ते ये पंजे दे पंजे तत्त ने जिहड़े एक दूजे दे विरोधी ने। अग दा जोर पै जावे ते पानी नूं साड़ देंदी है, पानी दा जोर पै जावे ते अग नूं बुझा दिंदा है। इस तरह हवा जिहड़ी हवा दा जोर पवे ते ये भी अग नूं बुझा दिंदी है। जे हवा दा जोर वध जावे ते अग जिहड़ी ये कई बारी ज़्यादा भी भड़कन लग जाती है। ते जिथे अग दा जोर पैंदा उत्थे हवा नूं गर्म करके ऊपर नूं उड़ा दिंदी। इस तरह पंजे ते पंज तत्त ने जिहड़े एक दूजे की विरोधताई वाले ने, विरोधी ने। पानी जिहड़ा है ये मिट्टी नूं खोरदा है, रोड़ के लै जांदा है। भाई गुरदास जी कहते ने रगत बिंद की देह रच पंच तत्त की जड़त जड़ाई। पौन पानी बै संतरो चौथी धरती संग मलाई। पौन हवा कीती,
ਹਵਾ ਤੋਂ ਪਾਣੀ ਹੋਇਆ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਫਰਮਾਨ ਦਾਸ ਨੇ ਪਹਿਲੋਂ ਵੀ ਦੱਸਿਆ ਸੀ, ਸ੍ਰੀ ਰਾਗ ਦੇ ਅੰਦਰ 19 ਅੰਗ ਤੇ ਗੁਰੂ ਜੀ ਦਾ ਇਹ ਫਰਮਾਨ ਹੈ, ਸਾਚੇ ਤੇ ਪਾਉਣਾ ਪਾਇਓ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਪੰਜਾਂ ਤੱਤਾਂ ਦੇ ਵਿੱਚੋਂ ਜਿਹੜਾ ਪਵਨ ਤੱਤ ਇਹ ਪਹਿਲੂ ਹੋਇਆ ਹੈ। ਪਵਨੇ ਤੇ ਜਲ ਹੋਏ ਤੇ ਫਿਰ ਅੱਗੋਂ ਹਵਾ ਤੋਂ ਪਾਣੀ ਹੋਇਆ। ਪੌਣ ਪਾਣੀ ਬੈ ਸੰਤਰੋ, ਇਸੇ ਤਰ੍ਹਾਂ ਫਿਰ ਅੱਗੇ ਅੱਗ ਬਣੀ। ਚੌਥੀ ਧਰਤੀ ਸੰਗ ਮਲਾਈ, ਚਾਰ ਤੱਤ ਹੋ ਗਏ ਧਰਤੀ ਨੂੰ ਮਿਲਾ ਕੇ। ਪੰਚਮ ਵਿੱਚ ਆਕਾਸ਼ ਕਰ, ਆਕਾਸ਼ ਤੱਤ ਜਿਹੜਾ ਇਹ ਕਾਲੇ ਨੂੰ ਹਨੇਰੀ ਨੂੰ ਮੰਨਿਆ ਗਿਆ। ਇਹ ਪੰਜਵਾਂ ਵਿੱਚ ਆਕਾਸ਼ ਤੱਤ ਹੈ। ਇਹ ਕੀਤਾ ਗਿਆ ਕਰਤਾ ਛਟਮ ਅਦਿਸ਼ਟ ਸਮਾਈ। ਹੁਣ ਜਿਹੜਾ ਛੇਵਾਂ ਨਾ ਆਪ ਅਕਾਲ ਪੁਰਖ ਉਹ ਅਦਿਸ਼ਟ ਹੈ ਸਰੀਰ ਦੇ ਅੰਦਰ, ਉਹ ਦਿਸਦਾ ਨਹੀਂ। ਪੰਜ ਤੱਤ 25 ਗੁਣ, ਇਹਨਾਂ ਪੰਜਾਂ ਤੱਤਾਂ ਦੇ ਅੱਗੇ 25 ਗੁਣ ਹੋ ਗਏ, ਕਿਉਂਕਿ ਇੱਕ ਤੱਤ ਦੇ ਵਿੱਚ 5 ਤੇ ਪੰਜਾਂ ਦੇ ਮਿਲ ਕੇ 25 ਗੁਣ ਹੋ ਗਏ, ਜਿਨ੍ਹਾਂ ਨੂੰ ਅੱਗੇ 25 ਪ੍ਰਵਿਰਤੀਆਂ ਆਖਿਆ ਜਾਂਦਾ ਹੈ। ਪਰ ਪੰਜ ਵੀ ਇਸ ਨੂੰ ਗੁਰਬਾਣੀ ਦੇ ਅੰਦਰ ਆਖਿਆ ਜਾਂਦਾ ਹੈ। 70 ਮਿੱਤਰ ਮਿਲ ਦੇਹ ਬਣਾਈ, ਇਹਨਾਂ ਦੀ 70ਤਾਈ ਹੈ ਤੇ ਮਿੱਤਰਤਾਈ ਵੀ ਇੱਕ ਦੂਜੇ ਨਾਲ ਥੋੜਾ ਬਹੁਤ ਕਿਸੇ ਦਾ ਸੰਬੰਧ ਹੈ। ਭਾਵੇਂ ਇਸ ਤਰ੍ਹਾਂ ਪੰਜਾਂ ਤੱਤਾਂ ਦੇ ਨਾਲ ਇਹ ਸਾਰੀ ਜਿਹੜੀ ਬਣਤਰ ਹੈ ਇਹ ਬਣਾਈ ਗਈ। ਖਾਣੀ ਬਾਣੀ ਚਰਿਤ ਕਰ, ਖਾਣੀ ਚਾਰ ਖਾਣੀਆਂ ਨੇ ਉਤਪਤੀ ਦੀਆਂ, ਅੰਡਜ ਜੇਰਜ ਸ਼ੇਤਜ ਤੇ ਉਤਪੁਜ। ਇਹ ਚਾਰ ਤੋਂ ਉਪਦੈਸ਼ ਹੁੰਦੀ। ਅੰਡਜ ਤਕਰੀਬਨ ਹੀ ਪੰਛੀ ਨੇ ਜਿਹੜੇ ਉੱਡਣ ਵਾਲੇ, ਇਹ ਅੰਡਿਆਂ ਤੋਂ ਇਹਨਾਂ ਦੀ ਪੈਦਾਇਸ਼ ਹੁੰਦੀ ਹੈ। ਜੇਰਜ ਸਾਡੇ ਘਰੇ ਗਾਈਆਂ ਮੱਝਾਂ ਨੇ, ਇਹ ਜੇਰ ਤੋਂ ਜੇਰਜ ਖਾਣੀ ਹੈ। ਇਸੇ ਤਰ੍ਹਾਂ ਧਰਤੀ ਤੋਂ ਪੈਦਾ ਹੁੰਦੇ ਨੇ ਉਤਪੁਜ, ਤੇ ਪਸੀਨੇ ਤੋਂ ਪੈਦਾ ਹੁੰਦੇ ਨੇ ਸੇਤਜ, ਸੇਕ ਤੋਂ ਪਸੀਨੇ ਤੋਂ ਪੈਦਾ ਹੋ ਗਏ ਜਿਵੇਂ ਜੂਆਂ ਆਦਿਕ। ਖਾਣੀ ਬਾਣੀ ਚਾਰ ਹੀ ਬਾਣੀਆਂ ਨੇ, ਪਰਾ ਪੁਰਬਲਾ ਬਸੰਤੀ ਤੇ ਆ ਜਿਹੜੀ ਮੈਂ ਬੋਲ ਰਿਹਾ ਬੈਕਰੀ ਬਾਣੀ, ਪ੍ਰਤੱਖ ਬਾਣੀ ਵੀ ਇਸ ਨੂੰ ਆਖਦੇ ਨੇ। ਚਰਤ ਕਰ, ਇਹ ਪ੍ਰਮਾਤਮਾ ਨੇ ਇੱਕ ਕੌਤਕ ਕੀਤਾ ਹੈ। ਆਵਾ ਗੌਣ ਚਰਤ ਕਰ, ਇਸ ਤਰ੍ਹਾਂ ਨਾ ਆਉਣਾ ਤੇ ਜਾਣਾ ਕਰ ਦਿੱਤਾ। ਸੰਸਾਰ ਦੀ ਰਚਨਾ ਹੋਈ, 84 ਲੱਖ ਜੋਨ ਅਪਾਈ। 84 ਲੱਖ ਜੂਨੀ ਜਿਹੜੀ ਉਹ ਇਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅੱਗੇ ਪੈਦਾ ਕੀਤੀ। ਸਭ ਤੋਂ ਪਹਿਲਾਂ ਸੀ ਪ੍ਰਿਥਵੀ ਮਾਸ ਨਾ ਸਾਸ ਸਨ, ਪਹਿਲੋਂ ਕੁਝ ਵੀ ਨਹੀਂ ਸੀ, ਤੇ ਫਿਰ 84 ਲੱਖ ਜੂਨਾਂ ਨੇ ਜਿਹੜੀਆਂ ਇਹ ਉਸ ਪਰਮਾਤਮਾ ਨੇ ਪੈਦਾ ਕਰ ਦਿੱਤੀਆਂ। ਅੱਗੇ ਭਾਈ ਗੁਰਦਾਸ ਜੀ ਦੱਸਦੇ ਨੇ ਮਨੁੱਖਾ ਦੇਹੀ ਨੂੰ ਉੱਤਮ ਦੱਸਿਆ ਹੈ। ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਵੀ ਮਨੁੱਖਾ ਦੇਹੀ ਹੈ ਨਾ, ਇਹ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਉੱਤਮ ਹੈ, ਇਸ ਨੂੰ ਉੱਤਮ ਦੱਸਿਆ ਹੈ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਇਹ ਮਨੁੱਖਾ ਦੇਹੀ ਜਿਹੜੀ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮੰਨੀ ਗਈ ਹੈ। ਅੱਖੀ ਵੇਖਣ, ਇਹ ਅੱਖਾਂ ਨਾਲ ਵੇਖਦਾ ਹੈ। ਕੰਨ ਸੁਣ, ਕੰਨਾਂ ਨਾਲ ਸੁਣਦਾ ਹੈ। ਮੁਖ ਦੇ ਨਾਲ ਬੋਲਦਾ ਹੈ। ਸਭ ਬੋਲਣ ਬਚਨ ਸਨੇਹੀ, ਇਹ ਮੁਖ ਦੇ ਨਾਲ ਸੋਹਣੇ ਸਨੇਹ ਵਾਲੇ ਪਿਆਰ ਵਾਲੇ ਬਚਨ ਬੋਲਦਾ। ਭਾਵ ਆਪਣਾ ਦੁੱਖ ਕਿਸੇ ਨੂੰ ਦੱਸ ਸਕਦਾ ਤੇ ਕਿਸੇ ਦਾ ਦੁੱਖ ਜਿਹੜਾ ਉਹ ਸੁਣ ਵੀ ਸਕਦਾ ਹੈ। ਬਾਕੀ ਜੂਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਗੁਣ ਨਹੀਂ ਹੈਗਾ। ਇਸ ਕਰਕੇ ਮਨੁੱਖਾ ਦੇਹੀ ਜਿਹੜੀ ਬਾਕੀ ਜੂਨਾਂ ਦੇ ਨਾਲੋਂ ਸਭ ਤੋਂ ਸ੍ਰੇਸ਼ਟ ਮੰਨੀ ਗਈ ਹੈ। ਹੱਥੀ ਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਿਲੇਗੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖਾ ਦੇਹੀ ਜਿਹੜੀ ਇਹ ਉੱਤਮ ਬਣਾਈ ਹੈ ਤੇ ਇਹਦਾ ਇਹ ਵੀ ਇੱਕ ਉੱਤਮ ਕਰਮ ਸੀ। ਹੱਥੀ ਕਾਰ ਕਮਾਵਣੀ ਵੀ ਹੱਥਾਂ ਦੇ ਨਾਲ ਇਹ ਆਪਣੀ ਕਿਰਤ ਕਰੇ। ਹੱਥਾਂ ਦੇ ਨਾਲ ਕਿਰਤ ਕਰਦਾ ਹੋਇਆ ਪੈਰੀ ਚੱਲ ਸਤ ਸੰਗ, ਤੇ ਪੈਰਾਂ ਦੇ ਨਾਲ ਤੁਰ ਕੇ ਸਤ ਸੰਗਤ ਦੇ ਵਿੱਚ ਜਾਣਾ ਕਰੇ। ਸਤ ਸੰਗਤ ਦੇ ਵਿੱਚ ਮਲੇਹੀ ਤੋਂ ਭਾਵ ਮਿਲਣਾ ਕਰੇ। ਇਹ ਮਨੁੱਖਾ ਜੀਵਨ ਦੀ ਉੱਤਮਤਾਈ ਦਾ ਗੁਣ ਸੀ, ਸ੍ਰੇਸ਼ਟ ਕਰਮ ਸੀ। ਇਹ ਪ੍ਰਾਣੀ ਨੇ ਕਰਨਾ ਨਹੀਂ। ਕਿਰਤ ਵਿਰਤ ਕਰ ਧਰਮ ਦੀ ਖੱਟ ਖੁਰਾਵਣ
ਕਾਰ ਕਰਹੀ। ਇਹਨੇ ਧਰਮ ਦੀ ਕਿਰਤ ਕਰਨੀ ਸੀ ਤੇ ਖੱਟੀ ਖੱਟਣੀ ਸੀ ਤੇ ਆਪ ਤੇ ਆਪਣੇ ਪਰਿਵਾਰ ਨੂੰ ਪਾਲਣਾ ਸੀ, ਪਰ ਇਸ ਤਰ੍ਹਾਂ ਇਸਤਰੀ ਨਹੀਂ ਕੀਤਾ। ਗੁਰਮੁਖ ਜਨਮ ਸਕਾਰਤਾ, ਇਸ ਤਰ੍ਹਾਂ ਨੇ ਗੁਰਮੁਖ ਬਣ ਕੇ ਆਪਣਾ ਜੀਵਨ ਹੈ ਜਿਹੜਾ ਉਹ ਸਕਾਰਤਾ ਕਰਨਾ ਸੀ। ਗੁਰਬਾਣੀ ਪੜ੍ਹ ਸਮਝ ਸਨੇਹੀ ਤੇ ਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਇਹਨੂੰ ਪੜ੍ਹਨਾ ਸੀ, ਸਮਝਣਾ ਸੀ ਤੇ ਇਹਦੇ ਨਾਲ ਪਿਆਰ ਕਰਨਾ ਸੀ, ਤਾਂ ਕਿ ਮਨੁੱਖਾ ਜੂਨ ਹੈ ਜਿਹੜੀ ਬਾਕੀ 84 ਲੱਖ ਜੂਨਾਂ ਤੋਂ ਉੱਤਮ ਹੈ ਤੇ ਇਹਦਾ ਇਹ ਉੱਤਮਤਾਈ ਵਾਲਾ ਜਿਹੜਾ ਕਰਮ ਹੈ, ਇਸ ਉੱਤਮਤਾਈ ਵਾਲੇ ਕਰਮ ਦੇ ਨਾਲ ਲੱਗ ਕੇ ਤੇ ਇਹ ਆਪਣਾ ਜੀਵਨ ਸਫਲ ਕਰ ਜਾਵੇ। ਪਰ ਇਸ ਤਰ੍ਹਾਂ ਨਹੀਂ ਹੋਇਆ। ਹੋਇਆ ਕਿਵੇਂ ਹੈ? ਇਸ ਦੇ ਉਲਟ ਹੋ ਗਏ। ਉੱਠੇ ਗਲਾਨ ਜਗਤ ਵਿੱਚ, ਹੁਣ ਸੰਸਾਰ ਦੇ ਵਿੱਚ ਗਲਾਨੀ ਉੱਠ ਗਈ ਹੈ। ਗਲਾਨ ਤੋਂ ਭਾਵ ਹੁੰਦਾ ਮਨੁੱਖ ਗਲਣ ਲੱਗੇ ਨੇ ਬੁਰੇ ਕੰਮਾਂ ਦੇ ਨਾਲ ਜੁੜ ਕੇ, ਜੋ ਭਾਈ ਗੁਰਦਾਸ ਜੀ ਨੇ ਪਿਛਲੀ ਪੌੜੀ ਦੇ ਵਿੱਚ ਆਪਾਂ ਨੂੰ ਦੱਸਿਆ ਹੈ ਨਾ, ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਤੇ ਮਨੁੱਖ ਨੇ ਜਿਹੜੇ ਉਹਨਾਂ ਨੇ ਸਾਰੀਆਂ ਆਪਣੇ ਮਨੁੱਖੀ ਧਰਮ ਦੀਆਂ ਮਰਿਆਦਾ ਨੂੰ ਉਲੰਘ ਕੇ ਤੇ ਇਹਨਾਂ ਵਿੱਚ ਗਲਾਨ ਹੈ ਜਿਹੜੀ ਉਹ ਪ੍ਰਦਾਨ ਹੋ ਗਈ ਹੈ। ਉੱਠੇ ਗਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ, ਪਾਪ ਵਰਤਦਾ ਜਿਸ ਕਰਕੇ ਸਾਰਾ ਸੰਸਾਰ ਹੀ ਭ੍ਰਸ਼ਟ ਹੋ ਗਿਆ ਹੈ। ਉੱਠੇ ਗਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ, ਇਸ ਤਰ੍ਹਾਂ ਸਾਰੇ ਦਾ ਸਾਰਾ ਸੰਸਾਰ ਹੈ ਜਿਹੜਾ ਉਹ ਭ੍ਰਸ਼ਟ ਹੋ ਗਿਆ ਤੇ ਸੰਸਾਰ ਦੇ ਵਿੱਚ ਗਲਾਨੀ ਜਿਹੜੀ ਉਹ ਵਰਤ ਰਹੀ ਹੈ। ਭਾਵ ਮਨੁੱਖ ਜਿਹੜਾ ਇਹ ਕੁਕਰਮਾਂ ਦੇ ਵਿੱਚ ਲੱਗ ਕੇ ਤੇ ਗਲ ਰਿਹਾ ਹੈ। ਵਰਨ ਨਾ ਭਾਵਨੀ, ਇੱਕ ਦੂਜੇ ਨੂੰ ਕੋਈ ਚੰਗਾ ਨਹੀਂ ਲੱਗਦਾ। 4 ਵਰਨ ਸਨ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਚਾਰੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਚੰਗਾ ਨਹੀਂ ਸਮਝਦੇ। ਵਰਨ ਨਾ ਭਾਵਨੀ, ਥੋੜਾ ਜਿਹਾ ਮੈਂ ਇਹ ਵੀ ਖੁਲਾਸਾ ਕਰਦੇ ਹਾਂ, ਪਰ ਇਹ ਤੇ ਨਾ ਥੋੜਾ ਜਿਹਾ ਸਮੇਂ ਦੀ ਪਾਬੰਦੀ ਹੈ। ਇਹ ਵਰਨ ਬਣੇ ਕਿਵੇਂ ਨੇ? ਮਨੂ ਸਿਮਰਤੀ ਦਾ ਆਪ ਜੀ ਨੇ ਨਾਮ ਸੁਣਿਆ ਹੋਣਾ, ਇਹ ਮਨੂ ਰਿਖੀ ਦੁਆਰਾ ਬਣਾਏ ਗਏ ਸਨ। ਉਸਨੇ ਸਮਾਜ ਨੂੰ ਉਹਨਾਂ ਦੀ ਕਿਰਤ ਦੇ ਨਾਲ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਨਾ, ਬ੍ਰਹਮ ਬਿੰਦੇ ਸੋ ਬ੍ਰਹਮਣ, ਭਾਈ ਜਿਹੜਾ ਬ੍ਰਹਮਣ ਨੂੰ ਚੇਤੇ ਕਰਦਾ, ਵਾਹਿਗੁਰੂ ਨੂੰ ਯਾਦ ਕਰਦਾ ਨਾ, ਉਹ ਉਸ ਪਰਮਾਤਮਾ ਦੇ ਦਰ ਤੇ ਬ੍ਰਹਮਣ ਹੈ, ਬ੍ਰਹਮ ਦੀ ਪ੍ਰਾਪਤੀ ਵਾਲਾ ਹੈ, ਬ੍ਰਹਮ ਦੀਆਂ ਵਿਚਾਰਾਂ ਵਾਲਾ ਹੈ। ਸੋ ਮਨੁ ਸਿਮਰਤੀ ਦੇ ਵਿੱਚ ਮਨੁ ਰਿਖੀ ਨੇ ਕੀ ਕੀਤਾ? ਉਹਨੇ ਵੇਖਿਆ ਵੀ ਸੰਸਾਰ ਦੇ ਵਿੱਚ ਜਿਹੜੇ ਜੀਵ ਵਿਚਰਦੇ ਨੇ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਨਾ ਉਸ ਪ੍ਰਭੂ ਪਰਮਾਤਮਾ ਦਾ ਚਿੰਤਨ ਚੱਲਦਾ ਰਹਿੰਦਾ ਹੈ। ਦਿਨ ਤੇ ਰਾਤ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਉਹਦੀਆਂ ਵਿਚਾਰਾਂ ਦੇ ਨਾਲ ਜੁੜੇ ਰਹਿੰਦੇ ਨੇ। ਜਿਹੜੇ ਬ੍ਰਹਮ ਦੀਆਂ ਵਿਚਾਰਾਂ ਸਨ ਤੇ ਉਹਨਾਂ ਨੂੰ ਬ੍ਰਹਮ ਵਰਨ ਦੇ ਵਿੱਚ ਰੱਖ ਲਿਆ। ਹੁਣ ਕੁਝ ਇਸ ਤਰ੍ਹਾਂ ਦੇ ਵੀ ਨੇ ਸਾਡੇ ਸਮਾਜ ਦੇ ਅੰਦਰ, ਜਿਨ੍ਹਾਂ ਦੇ ਅੰਦਰ ਸੂਰਬੀਰਤਾ, ਵੀਰ ਰਸ ਜ਼ਿਆਦਾ ਹੈ। ਉਹ ਦੇਸ਼ ਦੀ, ਕੌਮ ਦੀ ਰਾਖੀ ਦੇ ਲਈ ਤਾਤਪਰ ਰਹਿੰਦੇ ਸਨ। ਉਹਨਾਂ ਨੂੰ ਖੱਤਰੀਆਂ ਦੀ ਪਦਵੀ ਦੇ ਦਿੱਤੀ, ਉਹਨਾਂ ਦਾ ਵਰਨ ਖੱਤਰੀ ਕਹਿ ਦਿੱਤਾ ਬਈ ਇਹ ਨੇ ਜਿਹੜੇ ਇਹ ਦੇਸ਼ ਕੌਮ ਦੀ ਰਾਖੀ ਕਰਨ ਵਾਲੇ ਨੇ। ਹੁਣ ਭਜਨ ਬੰਦਗੀ ਕਰਨ ਵਾਲਾ ਜਿਹੜਾ, ਜਿਨੇ ਦਿਨ ਤੇ ਰਾਤ ਬ੍ਰਹਮ ਦੀ ਵਿਚਾਰ ਦੇ ਨਾਲ ਜੁੜਿਆ ਰਹਿਣਾ, ਉਹਦੇ ਤੋਂ ਆਪਣੀ ਰੋਜੀ ਰੋਟੀ ਦੇ ਲਈ ਜਿਹੜਾ ਨਾ ਇਹ ਔਖਾ ਹੋ ਜਾਂਦਾ ਹੈ। ਤੇ ਜਿਨੇ ਦੇਸ਼ ਦੀ ਰਾਖੀ ਕਰਨੀ ਹੈ, ਜੰਗਾਂ ਯੁੱਧਾਂ ਕਰਨੀਆਂ ਨੇ, ਤੇ ਉਹਨੂੰ ਵੀ ਆਪਣੀ ਰੋਜੀ ਰੋਟੀ ਜਿਹੜੀ ਹੈ ਨਾ ਇਸ ਦੀ ਔਖਾ ਹੋ ਜਾਂਦਾ ਹੈ। ਤੇ ਫਿਰ ਜਿਹੜਾ ਖੇਤੀ ਕਰਕੇ ਜਾਂ ਵਪਾਰ ਕਰਕੇ ਸਮਾਜ ਨੂੰ ਉਸ ਦੀਆਂ ਲੋੜਾਂ ਦੇ ਅਨੁਸਾਰ ਪਦਾਰਥ ਪੈਦਾ ਕਰਕੇ ਦਿੰਦਾ, ਉਸ ਨੂੰ ਆਖਿਆ ਗਿਆ ਵੈਸ਼ਨਵ। ਇਹ ਵੈਸਿਆ ਹੈ, ਭਾਵ ਇਹ ਸਾਰਿਆਂ ਦਾ ਧਿਆਨ ਰੱਖਦਾ ਹੈ, ਲੰਗਰ ਪਾਣੀ ਦਾ, ਇਹ ਪਦਾਇਸ਼ ਕਰਦਾ ਹੈ ਵਪਾਰ ਕਰਕੇ ਜਾਂ ਖੇਤੀ ਕਰਕੇ। ਤੇ ਹੁਣ ਅੱਗੇ ਜਿਹੜਾ ਚੌਥਾ ਸੂਦਰ ਹੈ, ਹੁਣ ਸਾਰਿਆਂ ਦੇ ਕੋਲ ਜ਼ਮੀਨ ਨਹੀਂ ਹੁੰਦੀ, ਸਾਰਿਆਂ ਦੇ ਕੋਲੇ ਦੁਕਾਨਾਂ ਨਹੀਂ ਹੁੰਦੀਆਂ। ਜਿਨ੍ਹਾਂ ਦੇ ਕੋਲ ਖੁੱਲੀ ਜ਼ਮੀਨ ਜਾਇਦਾਦ ਹੁੰਦੀ ਹੈ, ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰਾਣੀਆਂ ਦੀ ਲੋੜ ਹੁੰਦੀ ਹੈ ਜਿਹੜੇ ਉਹਨਾਂ ਦੇ ਨਾਲ ਕੰਮ ਅੱਗੇ ਕੁਝ ਪੈਸੇ ਲੈ ਲੈਣ।
ਇਹ ਪ੍ਰਾਰੰਭਤਾ ਦੇ ਵਿੱਚ ਸੀ ਸ਼ਬਦ ਸੋਦਰ। ਸੋਦਰ ਤੋਂ ਵਿਗੜ ਕੇ ਸ਼ੂਦਰ ਬਣਾਇਆ ਗਿਆ ਹੈ। ਸੋਦਰ ਦਾ ਅਰਥ ਸੀ ਉਹ ਸੱਚੇ ਸਤਿਗੁਰ ਦੇ ਦਰ ਤੋਂ ਨਾ, ਜਦੋਂ ਹੁਕਮ ਹੋ ਗਿਆ ਤੇ ਉਦੋਂ ਕੋਈ ਨਾ ਕੋਈ ਆਣ ਕੇ ਖੜਾ ਹੋ ਜਾਏਗਾ, ਚੱਲ ਭਈ ਤੂੰ ਮੇਰੇ ਨਾਲ ਕੰਮ ਕਰਾ ਤੇ ਇਸ ਦੇ ਬਦਲੇ ਮੈਂ ਤੈਨੂੰ ਦਿਹਾੜੀ ਦੇ ਕੁਝ ਪੈਸੇ ਦੇ ਦਿਆਂਗਾ। ਇਹਨਾਂ ਨੂੰ ਸੋਦਰੀ ਆਖਿਆ ਜਾਂਦਾ ਸੀ ਵੀ ਵਾਹਿਗੁਰੂ ਦੇ ਘਰ ਦੇ ਨੇ, ਪਰਮਾਤਮਾ ਦੇ ਦਰ ਦੇ ਨੇ ਇਹ। ਉਸ ਵਾਹਿਗੁਰੂ ਦੇ ਦਰ ਦੇ ਨੇ, ਜਦੋਂ ਉਹਦੀ ਕੋਈ ਕਿਤੇ ਰਹਿਮਤ ਹੁੰਦੀ ਹੈ, ਕੋਈ ਕੰਮ ਧੰਦਾ ਮਿਲ ਜਾਂਦਾ, ਕਰ ਲੈਂਦੇ ਨੇ ਤੇ ਆਪਣੀ ਉਪਜੀਵਕਾ। ਪਰ ਇਹ ਸ਼ਬਦ ਨੂੰ ਵਿਗਾੜ ਕੇ ਹੌਲੀ ਹੌਲੀ ਸ਼ੂਦਰ ਸ਼ਬਦ ਵਰਤਿਆ ਗਿਆ। ਇਹਨੂੰ ਨੀਮਤਾਈ ਦੇ ਵਿੱਚ ਗਿਣਿਆ ਗਿਆ। ਇਸ ਤਰ੍ਹਾਂ ਇਹ ਚਾਰ ਵਰਨ ਨੇ ਜਿਹੜੇ ਇਹ ਮਨੂ ਦੁਆਰਾ ਬਣਾਏ ਗਏ ਨੇ, ਪਰ ਇਹ ਬਣਾਏ ਹੋਏ ਜਿਹੜੇ ਵਰਨ ਨੇ ਬਾਅਦ ਦੇ ਵਿੱਚ ਸਮਾਜ ਦੇ ਵਿੱਚ ਇਹਨਾਂ ਦੇ ਨਾਲ ਬੜਾ ਦੁਰਉਪਯੋਗ ਹੋਣ ਲੱਗ ਗਿਆ। ਤਾਂ ਭਾਈ ਗੁਰਦਾਸ ਜੀ ਇੱਥੇ ਸਾਨੂੰ ਦੱਸਦੇ ਨੇ, ਬ੍ਰਾਹਮਣ ਨੂੰ ਖੱਤਰੀ ਨਹੀਂ ਚੰਗਾ ਲੱਗਦਾ, ਖੱਤਰੀ ਨੂੰ ਸ਼ੂਦਰ, ਵੈਸ਼ਨਵ। ਇਸ ਤਰ੍ਹਾਂ ਆਪਸ ਦੇ ਵਿੱਚ ਸਾਰੇ ਵੈਰ ਭਾਵ ਵਾਲੇ ਨੇ। ਵਰਨਾ ਵਰਨਾ ਭਾਵਨੀ ਖੈ ਖੈ ਜਰਨ ਵਾਸ ਅੰਗਿਆਰਾ। ਜਿਵੇਂ ਵਾਸ ਆਪਣੇ ਨਾਲ ਖਹਿ ਕੇ ਤੇ ਆਪਣੇ ਆਪ ਨੂੰ ਸਾੜ ਲੈਂਦਾ, ਨਾਲ ਜੰਗਲ ਨੂੰ ਵੀ ਸਾੜਦਾ, ਉਸ ਤਰ੍ਹਾਂ ਵਰਨਾਂ ਦੇ ਭੇਦ ਭਾਵ ਦੇ ਨਾਲ ਸਾਰੇ ਜਾਣੇ ਲੜਨ ਲੱਗ ਗਏ। ਨਿੰਦਿਆ ਚੱਲੇ ਵੇਦ ਦੀ, ਜਿਹੜੀ ਵੇਦ ਸ਼ਾਸਤਰਾਂ ਨੇ ਗਿਆਨ ਦੇਣਾ ਸੀ ਉਹਨਾਂ ਦੀ ਨਿੰਦਿਆ ਕਰਨ ਲੱਗ ਗਏ। ਨਿੰਦਿਆ ਚੱਲੇ ਵੇਦ ਦੀ, ਸਮਝਣ ਨਹਿ ਅਗਿਆਨ ਗੁਬਾਰਾ। ਅਗਿਆਨੀ ਮਨੁੱਖ ਜਿਹੜਾ ਇਹਨੂੰ ਸਮਝ ਕੋਈ ਨਾ ਆਈ ਤੇ ਵੇਦਾਂ ਸ਼ਾਸਤਰਾਂ ਦੀ ਫਿਰ ਨਿੰਦਿਆ ਕਰਨ ਲੱਗ ਗਿਆ। ਭਾਵ ਧਾਰਮਿਕ ਗ੍ਰੰਥਾਂ ਦੀ ਫਿਰ ਨਿੰਦਿਆ ਕਰਨ ਲੱਗ ਗਿਆ। ਧਰਤੀ ਤੇ ਇਤਨੇ ਜ਼ਿਆਦਾ ਪਾਪ ਵੱਧ ਗਏ, ਫਿਰ ਧਰਤੀ ਨੇ ਪੁਕਾਰ ਕੀਤੀ, ਕੁਰਲਾਟ ਕੀਤੀ ਉਸ ਪਰਮਾਤਮਾ ਦੇ ਅੱਗੇ, ਹੇ ਵਾਹਿਗੁਰੂ ਜੀ ਮੇਰੇ ਤੋਂ ਇਹ ਭਾਰ ਹੈ ਜਿਹੜਾ ਇਹ ਸਹਾਰਿਆ ਨਹੀਂ ਜਾਂਦਾ। ਤੇ ਫਿਰ ਭਾਈ ਗੁਰਦਾਸ ਜੀ ਅੱਗੇ ਇਸ ਤਰ੍ਹਾਂ ਆਪਣੀ ਵਾਰ ਦੇ ਵਿੱਚ ਸਾਨੂੰ ਦੱਸਦੇ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾ ਫਿਰ ਸਾਡੀ ਜੀਵਾਂ ਦੀ ਪੁਕਾਰ ਸੁਣੀ, ਸਾਡੇ ਪਾਪੀਆਂ ਦੀ ਪੁਕਾਰ ਸੁਣੀ। ਅਸੀਂ ਪਾਪਾਂ ਦੇ ਵਿੱਚ ਜਦੋਂ ਗਲਤਾਨ ਹੋ ਗਏ ਤੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਰਗੁਣ ਸਰੂਪ ਧਾਰ ਕੇ ਇਸ ਧਰਤੀ ਤੇ ਭੇਜਣਾ ਕੀਤਾ। ਇਹ ਪੁਕਾਰ ਸੀ ਜਿਹੜੀ ਹਰ ਸ਼੍ਰੇਣੀ ਦੀ, ਹਰ ਵਰਗ ਦੀ, ਦੁਖੀ ਇਨਸਾਨ ਦੇ ਹਿਰਦਿਆਂ ਤੋਂ ਨਿਕਲੀ ਹੋਈ ਪੁਕਾਰ ਸੀ, ਜਿਹੜੀ ਅਰਦਾਸ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਪੇਸ਼ ਕੀਤੀ ਗਈ। ਤੇ ਉਸ ਪਰਮਾਤਮਾ ਸੱਚੇ ਸਤਿਗੁਰ ਨੇ ਇਸ ਅਰਦਾਸ ਨੂੰ ਸੁਣਿਆ, ਕਿਉਂਕਿ ਉਦੋਂ ਦਾ ਜਿਹੜਾ ਰਾਜਿਆਂ ਦਾ ਹਾਲ ਹੈ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਉਹ ਆਪਣੇ ਸਮੇਂ ਦੀ ਜਿਹੜੀ ਸਮਾਜ ਦੀ ਦਸ਼ਾ ਹੈ ਨਾ, ਉਹਨੂੰ ਵੀ ਇਸ ਤਰ੍ਹਾਂ ਬਿਆਨ ਕੀਤਾ ਹੈ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ, ਕਲ ਕਾਤੀ ਰਾਜੇ ਕਾ ਸਾਈ ਧਰਮ ਪੱਕ ਕਰ ਉਡਰਿਆ। ਕਲ ਦਾ ਅਰਥ ਹੈ ਕਲੇਸ਼ ਪਿਆ ਰਹਿਣਾ। ਇਹ ਕਲਯੁਗ ਕਲੇਸ਼ ਦਾ ਯੁੱਗ ਹੈ। ਇਹਦੇ ਚ ਸਭ ਤੋਂ ਜ਼ਿਆਦਾ ਸਾਡੇ ਪਰਿਵਾਰਾਂ 'ਚ, ਸਾਡੇ ਸਮਾਜ 'ਚ, ਜਿੱਥੇ ਵੀ ਅਸੀਂ ਵਿਚਰਦੇ ਹਾਂ, ਇੱਥੇ ਸਭ ਤੋਂ ਜ਼ਿਆਦਾ ਕਲੇਸ਼ ਹੁੰਦਾ ਹੈ। ਇਹਨੂੰ ਤਾਂ ਕਲਯੁਗ ਆਖਿਆ ਜਾਂਦਾ ਹੈ। ਇਹ ਕਲੇਸ਼ੀ ਯੁੱਗ ਹੈ। ਜਿਵੇਂ ਸਤਿਯੁਗ ਦੇ ਵਿੱਚ ਅਸੀਂ ਪੜ੍ਹਦੇ ਸੁਣਦੇ ਹਾਂ ਨਾ ਕਿ ਸਾਰੇ ਸੱਚ ਬੋਲਦੇ ਸਨ, ਉਵੇਂ ਭਾਈ ਇਹ ਕਲਯੁਗ ਹੈ। ਇੱਥੇ ਕਿਸੇ ਨਾ ਕਿਸੇ ਨਾਲ ਥੋੜਾ ਜਿਹਾ ਕਲੇਸ਼ ਜਿਹੜਾ ਉਹ ਬਣਿਆ ਰਹਿੰਦਾ ਹੈ। ਕਲ ਕਾਤੀ, ਇਹ ਜਿਹੜਾ ਕਲੇਸ਼ ਹੈ ਕਲਯੁਗ ਦੇ ਅੰਦਰ, ਇਹ ਕੈਂਚੀ ਬਣ ਗਈ, ਛੁਰੀ ਬਣ ਗਈ। ਰਾਜੇ ਕਾ ਸਾਈ, ਇਹ ਦੋ ਸ਼ਬਦ ਹੁੰਦੇ ਨੇ। ਇੱਕ ਸ਼ਬਦ ਹੁੰਦਾ ਸਾਈ ਤੇ ਦੂਜਾ ਸ਼ਬਦ ਹੈ ਕਸਾਈ। ਸਾਈ ਦਾ ਅਰਥ ਹੁੰਦਾ ਮਾਲਕ ਤੇ ਕਸਾਈ ਦਾ ਅਰਥ ਵੀ ਮਾਲਕ ਹੁੰਦਾ, ਕਿਉਂਕਿ ਸਾਈ ਦੇ ਅੱਗੇ ਕੱਕਾ ਲੱਗ ਗਿਆ। ਸਾਈ ਦੇ ਅੱਗੇ ਲੱਗ ਗਿਆ ਕੱਕਾ ਤੇ ਕਸਾਈ ਬਣ ਗਿਆ। ਸਾਈ ਦਾ ਅਰਥ ਹੈ ਮਾਲਕ ਤੇ ਕਸਾਈ ਦਾ ਅਰਥ ਵੀ ਮਾਲਕ ਹੈ। ਹੁਣ ਮਾਲਕ ਦੇ ਵਿੱਚ ਫਰਕ ਕਿਵੇਂ ਹੋ ਗਿਆ? ਸਾਈ ਜਿਹੜਾ ਉਹ ਮਾਲਕ ਹੈ ਜਿੰਦੀ ਸ਼ਰਨ ਦੇ ਵਿੱਚ ਗਿਆ ਕਿਸੇ ਤਰ੍ਹਾਂ ਦਾ ਡਰ ਹੀ ਨਾ ਰਵੇ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਈ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸਾਈ ਹੈ। ਇਹਦੀ ਸ਼ਰਨ ਦੇ ਵਿੱਚ ਗਿਆ, ਡਰ ਕੋਈ ਨਹੀਂ।
ਤੇ ਕੁਸਾਈ ਹੈ ਇਹ ਵੀ ਮਾਲਕ, ਪਰ ਇਹਦੀ ਸ਼ਰਨ ਦੇ ਵਿੱਚ ਡਾਰੀ ਡਾਰੇ, ਇਹਨੇ ਅਤਿਆਚਾਰੀ ਕਮਾਉਣਾ ਸਾਡੇ ਤੇ। ਹੁਣ ਦੇਸ਼ ਦਾ ਜਿਹੜਾ ਮਾਲਕ ਹੈ ਨਾ, ਉਹ ਰਾਜਾ ਹੁੰਦਾ ਹੈ, ਤੇ ਪ੍ਰਜਾ ਦੀ ਰਾਖੀ ਕਰਨਾ, ਪ੍ਰਜਾ ਦਾ ਭਲਾ ਸੋਚਣਾ, ਪ੍ਰਜਾ ਦੇ ਦੁੱਖ ਨੂੰ ਦੂਰ ਕਰਨਾ, ਇਹ ਸਾਡੇ ਰਾਜੇ ਦਾ ਕਰਮ ਹੈ। ਪਰ ਰਾਜਾ ਜਿਹੜਾ ਉਹ ਕਸਾਈ ਬਣ ਗਿਆ, ਜਾਨੀ ਉਹ ਸਾਈ ਬਣ ਗਿਆ ਜਿੰਦੇ ਅੰਦਰ ਰਹਿਮ ਨਹੀਂ, ਜਿੰਨੇ ਦੁਰਾਚਾਰ ਹੀ ਕਮਾਉਣਾ ਹੈ। ਕਲ ਕਾਤੀ ਕਲ ਜਿਹੜੀ ਹੈ ਇਹ ਕੈਂਚੀ ਬਣ ਗਈ ਹੈ ਰਾਜੇ ਕਸਾਈ, ਤੇ ਇਹ ਛੁਰੀ ਹੈ ਜਿਹੜੀ ਇਹ ਪਕੜੀ ਹੈ ਕਸਾਈਆਂ ਨੇ, ਰਾਜੇ ਕਸਾਈ ਬਣ ਗਏ ਨੇ। ਧਰਮ ਪੰਖ ਕਰ ਉੱਡ ਰਿਹਾ, ਜਦੋਂ ਪਾਪ ਵੱਧਦਾ ਹੋਵੇ ਨਾ, ਤੇ ਧਰਮ ਇੱਕ ਉਹ ਸਾਧਨ ਨੇ ਜਿਹੜਾ ਇਸ ਤਰ੍ਹਾਂ ਦੇ ਕਸਾਈਆਂ ਤੋਂ ਸਾਡੀ ਰੱਖਿਆ ਕਰਦਾ ਹੈ। ਧਰਮ ਉਹ ਸਾਧਨ ਨੇ ਜਿੰਦੇ ਲੜ ਲੱਗਿਆ ਸਾਡੀ ਰੱਖਿਆ ਹੁੰਦੀ ਏ। ਧਰਮ ਉਹ ਸਾਧਨ ਨੇ ਜਿਹੜਾ ਸਾਨੂੰ ਪਾਪ ਤੋਂ ਰੋਕਦਾ, ਜਿਹੜਾ ਸਾਨੂੰ ਜ਼ੁਲਮ ਤੋਂ ਰੋਕਦਾ ਹੈ। ਜਿਹੜਾ ਧਰਮੀ ਮਨੁੱਖ ਹੋਏਗਾ ਉਹਦੇ ਅੰਦਰ ਰਹਿਮਦਿਲੀ ਹੋ ਜਾਏਗੀ। ਧਰਮੀ ਮਨੁੱਖ ਜਿਹੜਾ, ਉਹਦਾ ਧਰਮ ਉਹਨੂੰ ਪ੍ਰੇਰੇਗਾ ਵੀ ਤੂੰ ਜੋ ਕਰ ਰਿਹਾ ਨਾ ਇਹ ਗਲਤ ਹੋ ਰਿਹਾ ਹੈ, ਇਹ ਨਾ ਕਰ। ਤੇ ਉਹਨੂੰ ਆਪਣੇ ਅੰਦਰ ਜਦੋਂ ਝਾਤ ਮਾਰੇਗਾ, ਸਮਝੇਗਾ, ਤੇ ਫਿਰ ਉਹਦੇ ਉਹ ਬੁਰੇ ਕਰਮ ਜਿਹੜੇ ਨੇ ਉਹ ਛੁੱਟ ਜਾਣਗੇ। ਪਰ ਹੁਣ ਜਿਹੜਾ ਧਰਮ ਹੈ ਉਹ ਹੈ ਹੀ ਨਹੀਂ। ਧਰਮ ਪੰਖ ਕਰ ਉੱਡ ਰਿਹਾ, ਜਿਵੇਂ ਪੰਛੀ ਨੂੰ ਖੰਭ ਲੱਗੇ ਹੁੰਦੇ ਨੇ ਤੇ ਉਹ ਉੱਡ ਜਾਂਦਾ ਹੈ, ਉਸੇ ਤਰ੍ਹਾਂ ਧਰਮ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਵੀ ਇਹਨੂੰ ਤਾਂ ਖੰਭ ਹੀ ਲੱਗ ਗਏ ਨੇ, ਉੱਡ ਹੀ ਗਿਆ, ਹੈ ਹੀ ਨਹੀਂ ਧਰਤੀ ਤੇ। ਕਲ ਕਾਤੇ ਰਾਜੀ ਕਸਾਈ, ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ। ਹੁਣ ਮੱਸਿਆ ਦੀ ਰਾਤ ਨੂੰ ਕੀ ਹੁੰਦਾ ਹੈ? ਅਮਾਵਸ ਦਾ ਅਰਥ ਹੈ ਮੱਸਿਆ। ਮੱਸਿਆ ਦੀ ਰਾਤ ਨੂੰ ਕੀ ਹੁੰਦਾ ਹੈ? ਮੱਸਿਆ ਦੀ ਰਾਤ ਨੂੰ ਹਨੇਰਾ ਹੁੰਦਾ ਹੈ, ਕਿਸੇ ਪਾਸੇ ਵੀ ਚਾਨਣ ਨਹੀਂ ਹੁੰਦਾ। ਕੂੜ ਅਮਾਵਸ, ਜਿਵੇਂ ਮੱਸਿਆ ਦੀ ਹਨੇਰੀ ਰਾਤ ਹੈ ਨਾ, ਇਸ ਤਰ੍ਹਾਂ ਚਾਰੇ ਪਾਸੇ ਜਿਹੜਾ ਝੂਠ ਹੈ ਇਹ ਝੂਠ ਛਾ ਗਿਆ ਹੈ। ਕੋਈ ਵੀ ਇਸ ਤਰ੍ਹਾਂ ਦਾ ਪਾਸਾ ਨਹੀਂ ਹੁੰਦਾ ਮੱਸਿਆ ਦੀ ਰਾਤ ਵਾਲੇ ਦਿਨ ਜਿੱਧਰ ਪ੍ਰਕਾਸ਼ ਹੋਵੇ, ਚਾਨਣ ਹੋਵੇ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ ਕਿ ਜਿਵੇਂ ਮੱਸਿਆ ਦੀ ਕਾਲੀ ਰਾਤ ਹੁੰਦੀ ਹੈ, ਉਸੇ ਤਰ੍ਹਾਂ ਕਾਲਾ ਝੂਠ ਹੈ ਜਿਹੜਾ ਇਹ ਛਾ ਗਿਆ ਸਾਰਿਆਂ ਤੇ। ਸੱਚ ਚੰਦਰਮਾ ਦਿਸੇ ਨਹੀਂ ਚੜਿਆ, ਤੇ ਚੰਦਰਮਾ ਜਿਹੜਾ ਹੈ ਇਹ ਮੱਸਿਆ ਦੀ ਰਾਤ ਦਾ ਹਨੇਰਾ ਦੂਰ ਕਰਨ ਵਾਲਾ ਹੈ। ਉਸੇ ਤਰ੍ਹਾਂ ਜਿਹੜਾ ਸੱਚ ਹੈ, ਸੱਚ ਨੇ ਇਸ ਝੂਠ ਦੇ ਹਨੇਰੇ ਨੂੰ ਦੂਰ ਕਰਨਾ ਸੀ, ਪਰ ਸੱਚ ਦਾ ਜਿਹੜਾ ਚੰਦਰਮਾ ਉਹ ਕਿਸੇ ਪਾਸੇ ਚੜਿਆ ਹੀ ਨਹੀਂ। ਸੱਚ ਦਾ ਚੰਦਰਮਾ ਕਿਤੇ ਹੈ ਹੀ ਨਹੀਂ। ਤੇ ਉਦੋਂ ਦਾ ਜਿਹੜਾ ਫੈਸਲਾ ਸੀ, ਤਕਰੀਬਨ ਕਾਜੀ ਤੇ ਬੁਲਾਣੇ ਕਰਿਆ ਕਰਦੇ ਸਨ, ਤੇ ਇਹਨਾਂ ਦੀ ਵੀ ਭਾਈ ਬੜੀ ਬੁਰੀ ਹਾਲਤ ਹੋ ਗਈ ਸੀ। ਧੰਨ ਗੁਰਬਾਣੀ ਦੇ ਅੰਦਰ ਜਿਵੇਂ ਫਰਮਾਨ ਹੁੰਦਾ ਨਾ, ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਥਾ ਨਸ਼ਟ ਦਾ ਅਰਥ ਹੈ ਉਹ ਥਾਂ, ਉਹ ਅਸਥਾਨ ਜਿਹੜੇ ਸਾਡੇ ਪੂਜਨੀਕ ਨੇ, ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਜਿੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਧਾਰਮਿਕ ਸਥਲਾਂ ਤੇ ਅਸੀਂ ਜਾਂਦੇ ਹਾਂ। ਥਾ ਨਸ਼ਟ ਜਗ ਭ੍ਰਸ਼ਟ ਹੋਏ। ਹੁਣ ਉਹ ਥਾਂ ਨੇ ਜਿਹੜੇ ਉੱਥੇ ਰਹਿਣ ਵਾਲੇ ਜਿਹੜੇ ਪ੍ਰਾਣੀ ਨੇ ਨਾ, ਉਹ ਭ੍ਰਸ਼ਟ ਹੋ ਗਏ ਨੇ। ਇਹ ਗੁਰਬਾਣੀ ਦਾ ਫਰਮਾਨ ਹੈ। ਉਹ ਥਾਂ ਨੇ ਜਿਹੜੇ ਉਹ ਭ੍ਰਸ਼ਟ ਹੋ ਗਏ ਨੇ। ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਹ ਜਗ। ਇਸ ਤਰ੍ਹਾਂ ਇਹ ਸੰਸਾਰ ਹੈ ਜਿਹੜਾ ਇਹ ਡੁੱਬ ਰਿਹਾ। ਮੇਰੇ ਖਿਆਲ ਗੱਲ ਦੀ ਸਮਝ ਨਹੀਂ ਆਈ, ਇੱਕ ਵਾਰੀ ਥੋੜਾ ਜਿਹਾ ਹੋਰ ਆਪਾਂ ਇੱਕ ਨੁਕਤੇ ਦੇ ਨਾਲ ਸਮਝਦੇ ਹਾਂ। ਜਿਵੇਂ ਮੰਨ ਲਓ ਆਪ ਸੰਗਤਾਂ ਇੱਥੇ ਗੁਰੂ ਘਰ ਆਏ ਹੋ, ਗੁਰੂ ਘਰ ਤੁਸੀਂ ਵੇਖੋਗੇ ਵੀ ਬਾਬਾ ਜੀ ਜਿਹੜੇ ਨੇ ਇਹ 5 ਇਸ਼ਨਾਨਾਂ ਕਰਕੇ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਜਾਂਦੇ ਨੇ, ਪ੍ਰਵੇਸ਼ ਕਰਦੇ ਨੇ, ਤੇ ਤੁਸੀਂ ਵੀ ਵੇਖ ਕੇ ਉਸੇ ਤਰ੍ਹਾਂ ਹੀ ਕਰੋਗੇ। ਜੇ ਭਾਈ ਅਸੀਂ ਇਧਰ ਚਰਨ ਕੁੰਡ ਦੀ ਬਜਾਏ ਇਧਰ ਦੂਜੇ ਪਾਸੇ ਖੂਹ ਹੈ, ਉਧਰ ਪਰੇ ਚੱਪਲਾਂ ਲਾ ਲੀਆਂ, ਨਾ ਪੈਰ ਧੋਤੇ ਨਾ ਹੱਥ ਧੋਤੇ, ਤੇ ਭੱਜ ਕੇ ਆਣ ਕੇ ਦਰਬਾਰ ਸਾਹਿਬ ਦੇ ਵਿੱਚ ਨਾ ਮੱਥਾ ਟੇਕਿਆ, ਨਾ ਅਰਦਾਸ ਬੇਨਤੀ ਕੀਤੀ, ਤੇ ਦਵਾ ਦਵਾ ਆਪਣੀ ਡਿਊਟੀ ਦੇ ਨਾਲ ਜੁੜ ਗਏ, ਤੇ ਫਿਰ ਤੁਸੀਂ ਵੀ ਤੇ ਇਸ ਤਰ੍ਹਾਂ ਹੀ ਕਰੋਗੇ ਨਾ। ਜੇ ਕੋ ਆਖੇਗਾ ਵੀ ਤੂੰ ਪੈਰ ਨਹੀਂ ਧੋਤੇ, ਤੇ ਆਖੋਗੇ ਬਾਬਾ ਜੀ ਨੇ ਕਿਹੜੇ ਧੋਤੇ ਸੀ, ਉਹ ਵੀ ਇੱਥੋਂ ਸਿੱਧੇ ਚੜ ਗਏ ਨੇ ਪੌੜੀਆਂ ਤੋਂ ਇਧਰਲੇ ਪਾਸੇ, ਖੂਹ ਵਾਲੇ ਪਾਸਿਓਂ। ਇਹ ਗੱਲ ਧੰਨ ਗੁਰੂ ਜੀ ਦੱਸਦੇ ਨੇ ਵੀ ਧਾਰਮਿਕ ਸਥਾਨਾਂ ਤੇ ਜਦੋਂ ਅਸੀਂ ਜਾਂਦੇ ਆ, ਉੱਥੋਂ ਦੇ ਜਿਹੜੇ ਪ੍ਰਾਣੀ ਨੇ ਉਹਨਾਂ ਵੱਲੋਂ ਵੇਖਦੇ ਆ, ਉਹਨਾਂ ਵੱਲੋਂ ਵੇਖ ਕੇ ਸਾਡੇ ਅੰਦਰ ਸ਼ਰਧਾ ਵੱਜਣੀ ਹੈ।
ਸਾਡੀ ਸ਼ਰਧਾ ਜਿਹੜੀ ਉਹ ਵਧਣੀ ਹੈ, ਪਰ ਉਹ ਪ੍ਰਾਣੀ ਨੇ ਜਿਹੜੇ ਉਹ ਭ੍ਰਸ਼ਟ ਨੇ। ਜਦੋਂ ਅਸੀਂ ਉਹਨਾਂ ਨੂੰ ਭ੍ਰਸ਼ਟ ਹੋਏ ਨੂੰ ਵੇਖਦੇ ਹਾਂ ਨਾ, ਤੇ ਫਿਰ ਸਾਡੀ ਸ਼ਰਧਾ ਵੀ ਜਿਹੜੀ ਹੈ ਉਹ ਘਟ ਜਾਂਦੀ ਹੈ। ਅਸੀਂ ਕਹਿ ਦਿੰਦੇ ਹਾਂ ਇਹ ਇਸ ਤਰ੍ਹਾਂ ਦੇ ਨੇ, ਤੇ ਫਿਰ ਸਾਨੂੰ ਕੀ ਡਰ ਹੈ। ਸੋ ਧੰਨ ਗੁਰੂ ਜੀ ਨੇ ਫਿਰ ਸੱਚੇ ਸਤਿਗੁਰ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਥਾਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਇਸ ਤਰ੍ਹਾਂ ਇੱਕ ਦੂਜੇ ਨੂੰ ਵੇਖ ਵੇਖ ਕੇ ਫਿਰ ਸਾਰੇ ਜਿਹੜੇ ਸਨ ਉਹ ਡੁੱਬਣ ਲੱਗੇ ਵੀ ਇੱਕ ਕਾਜੀ ਨੇ ਆ ਕਰ ਲਿਆ ਤੇ ਉਹਨੂੰ ਮਸੀਤ ਵਿੱਚ ਬੈਠੇ ਨੂੰ ਕੁਝ ਨਹੀਂ ਹੋਇਆ, ਤੇ ਜੇ ਮੈਂ ਕਰ ਲਾਂਗਾ ਤਾਂ ਫਿਰ ਕੀ ਹੈ। ਕਾਜੀ ਹੋਏ ਕੇ ਬਹਿ ਨਿਆਏ, ਫੇਰੇ ਤਸਬੀਹ ਕਰੇ ਖੁਦਾਏ। ਹੁਣ ਅਸੀਂ ਕੀ ਵੇਖਦੇ ਹਾਂ, ਬਾਹਰ ਦਾ ਪਹਿਰਾਵਾ ਵੇਖ ਲੈਂਦੇ ਹਾਂ, ਬਾਹਰੋਂ ਜੁੜ ਜਾਂਦੇ ਹਾਂ। ਤੇ ਗੁਰੂ ਮਹਾਰਾਜ ਜੀ ਭਾਈ ਗੁਰਦਾਸ ਜੀ ਇੱਥੇ ਦੱਸਦੇ ਨੇ, ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀਹ ਕਰੇ ਖੁਦਾਏ। ਕਾਜੀ ਇਹ ਤੇ ਕਾਜੀ ਹੋ ਕੇ ਨਾ ਇਹ ਫੈਸਲਾ ਕਰ ਰਿਹਾ ਹੈ। ਤਸਬੀਹ ਕਹਿੰਦੇ ਨੇ ਮਾਲਾ ਨੂੰ। ਹੁਣ ਇਹ ਖੁਦਾ ਵੀ ਕਰਦਾ ਤੇ ਮਾਲਾ ਵੀ ਫੇਰ ਰਿਹਾ। ਜਿਹੜੇ ਬਾਹਰੀ ਧਾਰਮਿਕ ਕੰਮ ਨੇ ਉਹ ਸਾਰੀ ਕਰ ਲਿਆ ਹੈ। ਵੱਡੀ ਲੈ ਕੇ ਹੱਕ ਗਵਾਏ, ਵੱਡੀ ਲੈ ਲੈਂਦਾ ਤੇ ਕਿਸੇ ਦਾ ਹੱਕ ਮਾਰ ਦਿੰਦਾ ਹੈ। ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ, ਜੇ ਕੋ ਫਿਰ ਪੁੱਛਦਾ ਨਾ ਤੇ ਫਿਰ ਪੜ੍ਹ ਕੇ ਸੁਣਾ ਦਿੰਦਾ ਵੀ ਆਹ ਵੇਖ ਆ ਲਿਖਿਆ। ਹੁਣ ਅਸੀਂ ਅਨਪੜ੍ਹ ਸਾਨੂੰ ਪਤਾ ਕੋਈ ਨਹੀਂ ਸੀ, ਜਿਵੇਂ ਉਹਨੇ ਪੜ੍ਹ ਕੇ ਸੁਣਾ ਦਿੱਤਾ ਸੀ। ਅੱਗੇ ਚਲੋ ਇਵੇਂ ਹੋਵੇਗਾ। ਇੱਕ ਨਿੱਕੀ ਜੀ ਸਾਖੀ ਦੇ ਨਾਲ ਜੁੜਦੇ ਹਾਂ, ਵੈਸੇ ਸਮਾਂ ਹੋ ਗਿਆ, ਉਹਦੇ ਤੋਂ ਆਪ ਜੀ ਨੂੰ ਬੜਾ ਪਤਾ ਲੱਗੇਗਾ ਵੀ ਇਹ ਕਿਵੇਂ ਪੜ੍ਹ ਕੇ ਸੁਣਾਇਆ ਕਰਦੇ ਸੀ। ਇੱਕ ਤੇਲੀ ਦਾ ਬਲਦ ਸੀ ਤੇ ਇੱਕ ਕਾਜੀ ਦਾ ਬਲਦ ਸੀ। ਕੋਈ ਸਮਾਂ ਸੀ ਬਲਦਾਂ ਦੇ ਉੱਤੇ ਨਾ ਸਮਾਨ ਜਿਹੜਾ ਨਾ ਉਹ ਢੋਇਆ ਜਾਂਦਾ ਹੁੰਦਾ, ਬਲਦਾਂ ਦੀ ਪਿੱਠ ਤੇ ਜਿਵੇਂ ਖੋਤੇ ਖੱਚਰਾਂ ਤੇ ਢੋਇਆ ਜਾਂਦਾ ਹੈ ਨਾ, ਇਵੇਂ ਬਲਦਾਂ ਨੂੰ ਵੀ ਹਾੜੀ ਕੱਢ ਕੇ ਤੇ ਸਮਾਨ ਢੋਇਆ ਜਾਂਦਾ। ਹੁਣ ਤੇਲੀ ਦਾ ਬਲਦ ਜਿਹੜਾ ਕੁਦਰਤੀ ਹੈ, ਜਿਹੜਾ ਗਰੀਬ ਬੰਦਾ ਹੋਵੇ ਉਹਦਾ ਮਾਲ ਡੰਗਰ ਤਗੜਾ ਜਾਣ ਵਾਲਾ ਹੁੰਦਾ, ਕਿਉਂਕਿ ਉਹਨੇ ਘਾਹ ਕੋਤ ਕੇ ਤੇ ਪਾ ਦੇਣਾ। ਤੇ ਜਿਹੜਾ ਅਮੀਰ ਹੈ ਉਹਦੇ ਡੰਗਰ ਨੇ ਜਿਹੜੇ ਦੂਜਿਆਂ ਦੇ ਗੋਚਰੇ ਰਹਿੰਦੇ ਨੇ ਕਮਜ਼ੋਰ ਹੁੰਦੇ ਨੇ। ਹੁਣ ਤੇਲੀ ਨੇ ਵੀ ਬਲਦ ਬਾਹਰ ਛੱਡ ਦਿੱਤਾ ਤੇ ਕਾਜੀ ਦਾ ਜਿਹੜਾ ਬਲਦ ਉਹ ਵੀ ਬਾਹਰ ਚਰਦਾ ਹੈ। ਤੇਲੀ ਦਾ ਬਲਦ ਤੇ ਕਾਜੀ ਦਾ ਬਲਦ ਦੋਵੇਂ ਬਲਦ ਭਿੜ ਪਏ ਨੇ। ਭਿੜ ਕੇ ਤੇ ਕਾਜੀ ਦਾ ਬਲਦ ਮਾਰਿਆ ਗਿਆ। ਜਦੋਂ ਤੇਲੀ ਨੂੰ ਪਤਾ ਲੱਗਿਆ ਨਾ ਵੀ ਮੇਰੇ ਬਲਦ ਨੇ ਕਾਜੀ ਦਾ ਬਲਦ ਮਾਰ ਦਿੱਤਾ ਹੈ, ਉਹ ਕਾਜੀ ਕੋਲੇ ਭੱਜ ਕੇ ਆਏ। ਕਹਿੰਦਾ ਜੀ ਜੇ ਦੋ ਬਲਦ ਹੋਣ ਉਹ ਲੜਦੇ ਲੜਦੇ ਇੱਕ ਮਰ ਜਾਵੇ ਤੇ ਫਿਰ ਜਿਹੜੇ ਬਲਦ ਨੇ ਦੂਜੇ ਬਲਦ ਨੂੰ ਮਾਰਿਆ ਉਸਦੇ ਮਾਲਕ ਨੂੰ ਕੋਈ ਜੁਰਮਾਨਾ ਤਾਂ ਨਹੀਂ ਹੈਗਾ ਨਾ। ਕਾਜੀ ਕਹਿੰਦਾ ਨਹੀਂ, ਇਹ ਤਾਂ ਪਸ਼ੂ ਹੁੰਦੇ ਨੇ, ਜਾਨਵਰ ਭਾਈ, ਇਹਨਾਂ ਨੂੰ ਕਿਹੜੀ ਸੂਹ ਹੈ। ਜੇ ਸੰਭਾਲੇ ਜਾਣ ਠੀਕ ਹੈ, ਜੇ ਇਸ ਤਰ੍ਹਾਂ ਵਿਗੜ ਜਾਣ ਤੇ ਫਿਰ ਭਾਈ ਕੋਈ ਜੁਰਮਾਨਾ ਨਹੀਂ ਹੁੰਦਾ। ਥੋੜੇ ਚਿਰ ਬਾਅਦ ਜਿਹੜਾ ਕਾਜੀ ਦਾ ਪੁੱਤਰ ਆ ਗਿਆ। ਜਦੋਂ ਕਾਜੀ ਦਾ ਪੁੱਤਰ ਆ ਗਿਆ ਉਹਨੇ ਆਣ ਕੇ ਆਖਿਆ ਵੀ ਫਲਾਣਾ ਤੇਲੀ ਜਿਹੜਾ ਆਪਣੇ ਪਿੰਡ ਦਾ ਨਾ ਉਹਨੇ ਉਹਦੇ ਬਲਦ ਨੇ ਆਪਣਾ ਬਲਦ ਮਾਰ ਦਿੱਤਾ ਹੈ। ਹੁਣ ਇਸ ਤੇਲੀ ਨੂੰ ਨਾ ਮਸੀਤ ਦੇ ਵਿੱਚ ਸੱਦਿਆ ਗਿਆ ਫੈਸਲੇ ਦੇ ਲਈ। ਸੱਦਿਆ ਗਿਆ ਤੇ ਉਹੀ ਕਾਜੀ ਜਿਹੜੇ ਨੇ ਆਖਿਆ ਸੀ ਵੀ ਕੋਈ ਜੁਰਮਾਨਾ ਨਹੀਂ ਹੁੰਦਾ, ਉਹ ਤੇਲੀ ਨੂੰ ਕਹਿੰਦਾ ਤੈਨੂੰ ਜੁਰਮਾਨਾ ਦੇਣਾ ਪਏਗਾ। ਤੇ ਉਹ ਕਹਿੰਦਾ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਵੀ ਜਦੋਂ ਪਸ਼ੂ ਨੂੰ ਪਸ਼ੂ ਮਾਰਦੇ ਤੇ ਉਹਦੇ ਮਾਲਕ ਨੂੰ ਕੋਈ ਜੁਰਮਾਨਾ ਤਾਂ ਨਹੀਂ। ਕਹਿੰਦਾ ਉਦੋਂ ਮੈਂ ਕਿਤਾਬ ਨਹੀਂ ਸੀ ਪੜ੍ਹੀ, ਆ ਵੇਖ ਇੱਥੇ ਲਿਖੀ ਹੈ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਇਸ ਤਰ੍ਹਾਂ ਫਿਰ ਇਹ ਪੜ੍ਹ ਕੇ ਸੁਣਾ ਦਿੰਦੇ ਸਨ। ਤੇ ਭਾਈ ਜਿਹੜੇ ਉਦੋਂ ਸੁਣਨ ਵਾਲੇ ਸਨ, ਅਨਪੜ੍ਹਤਾ ਬੜੀ ਸੀ, ਉਹਨਾਂ ਨੂੰ ਪਤਾ ਕੋਈ ਨਹੀਂ ਸੀ। ਇੰਨਾ ਜ਼ਿਆਦਾ ਜੁਰਮ ਸੀ ਜਿਹੜਾ ਉਹ ਧਰਤੀ ਤੇ ਸੀ। ਤੇ ਇਤਨੇ ਜੁਰਮ ਦੇ ਹੁੰਦਿਆਂ ਫਿਰ ਸਮੇਂ ਦੀ ਜਿਹੜੀ ਮੰਗ ਸੀ, ਉਹ ਮੰਗ ਇਹ ਸੀ ਵੀ ਕੋਈ ਸਾਧੂ ਸੰਤ ਆਵੇ, ਕੋਈ ਉਸ ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਰੂਹ ਆਏ ਜਿਹੜੀ ਇਸ ਜੁਰਮ ਨੂੰ ਰੋਕੇ ਤੇ ਸਾਨੂੰ ਸਮਝਾਏ। ਹੁਣ ਜਦੋਂ ਮਾਰਨ ਵਾਲਾ ਤਗੜਾ ਹੋਵੇ ਤੇ ਮਾਰ ਖਾਣ ਵਾਲਾ ਬੜਾ ਕਮਜ਼ੋਰ ਹੋਵੇ ਨਾ, ਤੇ ਮਾਰ ਖਾਣ ਵਾਲੇ ਨੂੰ ਆਪਾਂ ਡੰਡਾ ਫੜਾ ਦਈਏ ਵੀ ਤੂੰ ਵੀ ਇਹਦੇ ਮਾਰ, ਤੇ ਉਹਨੂੰ ਫਿਰ ਵੀ ਮਾਰ ਹੀ ਖਾਣੀ ਪੈਣੀ ਹੈ। ਮਾਰਨ ਵਾਲਾ ਤਗੜਾ ਹੋਵੇ ਤੇ ਮਾਰ ਖਾਣ ਵਾਲਾ ਜਿਹੜਾ ਉਹ ਕਮਜ਼ੋਰ ਹੋਵੇ, ਤੇ ਮਾਰ ਖਾਣ ਵਾਲੇ ਨੂੰ ਕੋਈ ਆਖੇ ਲੈ ਤੈਨੂੰ ਵੀ ਡੰਡਾ ਦੇ ਦਿੰਨੇ ਆ, ਤੂੰ ਵੀ ਇਹਦੇ ਮਾਰ, ਤੇ ਉਹ ਤਗੜੇ ਨੇ ਫਿਰ ਵੀ ਉਹਨੂੰ ਕੁੱਟ ਦੇਣਾ ਡੰਡੇ ਦੇ ਹੁੰਦੇ।
ਸੋ ਗੁਰੂ ਨਾਨਕ ਦੇਵ ਜੀ ਜਦੋਂ ਧਰਤੀ ਤੇ ਆਏ ਸੀ ਉਦੋਂ ਪ੍ਰਾਣੀਆਂ ਦਾ ਇਹੀ ਹਾਲ ਸੀ, ਸਾਡੇ ਸਮਾਜ ਦਾ ਇਹੀ ਹਾਲ ਸੀ। ਜਿਹੜੇ ਤਗੜੇ ਸਨ ਨਾ ਉਹ ਮਾੜਿਆਂ ਤੇ ਇੰਨੇ ਹਾਵੀ ਹੋ ਗਏ ਸਰ, ਜੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਸ਼ਸਤਰ ਚਕਵਾ ਦਿੰਦੇ ਨਾ ਤੇ ਹੋ ਸਕਦਾ ਉਹ ਇਹਨਾਂ ਦੇ ਸ਼ਸਤਰ ਖੋਹ ਕੇ ਇਹਨਾਂ ਨੂੰ ਉੜ ਦਿੰਦੇ। ਤਾਂ ਕਰਕੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੀ ਜਿਹੜੀ ਵਿਚਾਰਧਾਰਾ ਸੀ ਉਹ ਇਹ ਸੀ ਵੀ ਪਹਿਲੂ ਇਹਨਾਂ ਦੇ ਅੰਦਰ ਵੀਰ ਰਸ ਭਰੀਏ, ਇਹਨਾਂ ਨੂੰ ਤਾਕਤ ਦਈਏ ਤੇ ਤਾਕਤ ਹੈ ਜਿਹੜੀ ਉਹ ਨਾਮ ਬਾਣੀ ਦੀ ਹੋਵੇ ਤੇ ਸਮਾਜ ਨੂੰ ਇਹ ਦੱਸੀਏ ਵੀ ਸੱਚ ਕੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ 4 ਉਦਾਸੀਆਂ ਨੂੰ ਧਾਰਨ ਕੀਤਾ, ਯਾਤਰਾ ਕੀਤੀਆਂ ਸੰਸਾਰ ਦੀਆਂ 4, ਜਿਨ੍ਹਾਂ ਨੂੰ ਅਸੀਂ 4 ਉਦਾਸੀਆਂ ਦੇ ਨਾਲ ਜਾਣਦੇ ਹਾਂ। ਉੱਤਰ ਨੂੰ ਗਏ ਨੇ, ਦੱਖਣ ਨੂੰ ਗਏ ਨੇ, ਪੂਰਬ ਨੂੰ ਗਏ ਨੇ, ਪੱਛਮ ਨੂੰ ਗਏ ਨੇ। ਇਸ ਤਰ੍ਹਾਂ ਹੁਣ ਫਿਰ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਸਨ, ਆਪਾਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਬਾਬਾ ਮਰਦਾਨਾ ਜੀ ਨੂੰ ਬੜੀ ਪਿਆਸ ਲੱਗਦੀ ਸੀ, ਬੜੀ ਭੁੱਖ ਲੱਗਦੀ ਸੀ। ਪਰ ਸੋਚੀਏ ਕਿ ਜੇ ਬਾਬਾ ਮਰਦਾਨਾ ਜੀ ਨੂੰ ਜੇ ਪਿਆਸ ਨਾ ਲੱਗਦੀ ਤੇ ਫਿਰ ਉਹਨੇ ਬਲੀ ਕਧਾਰੀ ਦੇ ਕੋਲੇ ਲੈਣ ਕੀ ਜਾਣਾ ਸੀ। ਤੇ ਜੇ ਬਲੀ ਕਧਾਰੀ ਦੇ ਕੋਲੇ ਬਾਬਾ ਮਰਦਾਨਾ ਜੀ ਨਾ ਜਾਂਦੇ ਤੇ ਉਹਦਾ ਗੁਨਾਹ ਜਿਹੜਾ ਉਹ ਕਿਵੇਂ ਜ਼ਾਹਰ ਹੋਣਾ ਸੀ। ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਵੀ ਅਗਲੇ ਨੂੰ ਰੰਗੇ ਹੱਥੀ ਪਕੜੋ, ਰੰਗੇ ਹੱਥੀ ਪਕੜ ਕੇ ਤੇ ਫਿਰ ਉਹਨੂੰ ਦੱਸ ਵੀ ਆ ਵੇਖਾ ਤੂੰ ਗੁਨਾਹ ਕਰ ਰਹੀ ਹੈ ਤੇ ਇਹ ਗੁਨਾਹ ਜਿਹੜਾ ਇਹ ਇਸ ਜੀਵਨ ਦੇ ਵਿੱਚ ਜਿਹੜਾ ਤੇਰਾ ਜੀਵਨ ਹੈ ਧਾਰਮਿਕ, ਇਹਦੇ ਵਿੱਚ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਹੋਰ ਵੀ ਜਿਤਨੇ ਪ੍ਰਸੰਗ ਨੇ ਨਾ, ਜਦੋਂ ਆਪਾਂ ਗਹੁ ਦੇ ਨਾਲ ਸੋਚਾਂਗੇ, ਵਿਚਾਰਾਂਗੇ, ਪੜਾਂਗੇ ਤੇ ਉਹਨਾਂ ਦੇ ਵਿੱਚੋਂ ਇਹ ਗਿਆਨ ਮਿਲਦਾ ਕਿ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਬਾਬਾ ਮਰਦਾਨਾ ਜੀ ਨੂੰ ਜਿੱਥੇ ਵੀ ਭੇਜਿਆ ਕੋਈ ਨਾ ਕੋਈ ਬਹਾਨਾ ਬਣਾ ਕੇ, ਭਾਵੇਂ ਉਹ ਪਿਆਸ ਦਾ ਸੀ, ਭਾਵੇਂ ਭੁੱਖ ਦਾ ਸੀ, ਭਾਵੇਂ ਰਾਤ ਕੱਟਣ ਦਾ ਸੀ, ਉਹ ਇੱਕ ਬਹਾਨਾ ਹੀ ਸੀ ਤੇ ਉਸ ਬਹਾਨੇ ਤੋਂ ਬਿਨਾ ਉਸ ਦਾ ਸੁਧਾਰ ਨਹੀਂ ਸੀ ਹੋ ਸਕਦਾ। ਹੁਣ ਬਾਬਾ ਮਰਦਾਨਾ ਜੀ ਗਏ ਨੇ ਬਲੀ ਕੰਧਾਰੀ ਕੋਲ ਤੇ ਉਹਨੇ ਆਖਿਆ ਜੇ ਤੇਰੇ ਗੁਰੂ ਦੇ ਵਿੱਚ ਇਤਨੀ ਸਮਰੱਥ ਹੈ ਨਾ ਤੇ ਫਿਰ ਉਹਨੂੰ ਆਖ ਵੀ ਪਾਣੀ ਪਿਆ ਦੇ। ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਸਾਰਾ ਜਲ ਜਿਹੜਾ ਇਹ ਖਿੱਚ ਲਿਆ ਸੀ ਤੇ ਫਿਰ ਹੁਣ ਹੰਕਾਰੀ ਸੀ, ਬਲੀ ਕੰਧਾਰੀ, ਕੰਧਾਰ ਦਾ ਬਲੀ ਸੀ ਇਹਦਾ ਨਾਂ ਨਹੀਂ ਹੈਗਾ ਕੰਧਾਰ, ਇਹਦਾ ਦੇਸ਼ ਦੀ ਸੇ ਬਲੀ ਕਹਿੰਦੇ ਨੇ ਜਿੰਦੇ ਕੋਲੇ ਕਰਾਮਾਤਾਂ ਹੋਣ, ਜਿੰਦੇ ਕੋਲੇ ਸਮਰੱਥਾ ਹੋਵੇ। ਇਹ ਜਿਹੜਾ ਕੰਧਾਰ ਦਾ ਬਲੀ ਸੀ, ਬਲੀ ਕੰਧਾਰੀ ਸੀ, ਇਹਨੇ ਆਖਿਆ ਚਲੋ ਹੁਣ ਮੈਂ ਪੱਥਰ ਇਹਨਾਂ ਜਿਹੜਾ ਇਹ ਰੋੜ ਕੇ ਇਹਨਾਂ ਨੂੰ ਇੱਥੇ ਉਹ ਕਰ ਦੇਣਾ। ਤੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਫਿਰ ਇਸ ਪੱਥਰ ਨੂੰ ਪੰਜਾ ਲਾ ਕੇ ਰੋਕ ਲਿਆ। ਫਿਰ ਇਹਦਾ ਹੰਕਾਰ ਸੀ ਜਿਹੜਾ ਦੂਰ ਹੋਇਆ। ਇਸ ਤਰ੍ਹਾਂ ਬਾਬਾ ਮਰਦਾਨਾ ਜੀ ਦਾ ਵੀ ਬੜਾ ਵੱਡਾ ਯੋਗਦਾਨ ਹੈ। ਉਹਨਾਂ ਨੇ ਵੀ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਭੁੱਖ ਤੇ ਤਿਆਸ ਨੂੰ ਸਹਾਰਦਿਆਂ ਹੋਇਆਂ, ਹੋਰ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਸਹਾਰਦਿਆਂ ਹੋਇਆਂ ਪੂਰਾ ਸੰਯੋਗ ਦਿੱਤਾ ਹੈ। ਧੰਨ ਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਵਿਚਿੱਤਰ ਨਾਟਕ ਦੀ ਬਾਣੀ ਦੇ ਅੰਦਰ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜਹ ਤੇ ਪੈਸਾ ਆਏ। 10ਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਵੀ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਇਹ ਸਿੱਖੀ ਦਾ ਮਾਰਗ ਚਲਾਇਆ ਹੈ। ਇਸ ਸੰਸਾਰ ਦੇ ਅੰਦਰ ਪ੍ਰਗਟ ਹੋ ਕੇ ਤੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਸੁਖ ਦੀ ਦਾਤ ਬਖਸ਼ਿਸ਼ ਕਰਦੇ ਨੇ। ਇੱਕ ਚੌਪੀ ਦੇ ਅੰਦਰ ਬੜਾ ਸੋਹਣਾ ਖੁਲਾਸਾ ਕੀਤਾ ਹੈ। ਤਿੰਨ ਇਹ ਕਲਮ ਧਰਮ ਚਲਾਇਓ, ਤਿੰਨ ਤੋਂ ਭਾਵ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਅੰਦਰ ਭਾਈ ਇਹ ਧਰਮ ਚਲਾਇਆ ਹੈ। ਸਭ ਸਾਧਨ ਕੋ ਰਾਹ ਬਤਾਇਓ, ਤੇ ਜਿੰਨੇ ਪ੍ਰਕਾਰ ਦੇ ਸਾਧਨ ਸਨ ਨਾ ਪਹਿਲੋਂ, ਉਹਨਾਂ ਸਾਰਿਆਂ ਦੇ ਵਿੱਚੋਂ ਸ੍ਰੇਸ਼ਟ ਰਾਹ ਜਿਹੜਾ ਨਾ ਉਹ ਸਾਨੂੰ ਦੱਸਿਆ ਹੈ। ਸਾਧਨ ਸਨ ਅਨੇਕ ਪ੍ਰਕਾਰ ਦੇ, ਜਿਵੇਂ ਗਿਣਨ ਲੱਗ ਜਾਵਾਂ ਤੇ ਬੜਾ ਸਮਾਂ ਲੱਗ ਜਾਣਾ ਹੈ। ਸਾਡੇ ਹਿੰਦੂ ਮਤ ਦੇ ਵਿੱਚ ਹੀ ਬੜੇ ਪ੍ਰਕਾਰ ਦੇ ਸਾਧਨ ਸਨ ਤੇ ਇਸੇ ਤਰ੍ਹਾਂ ਮੁਸਲਮਾਨਾਂ ਦੇ ਅੰਦਰ ਵੀ ਅਨੇਕ ਪ੍ਰਕਾਰ ਦੇ ਸਾਧਨ ਨੇ, ਪਰ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਸੀ ਨਾ ਜਿਹੜਾ ਸਾਧਨ ਨਾਮ ਵਾਲਾ। ਸਭ ਸਾਧਨ ਕੋ ਰਾਹੋ ਬਤਾਇਓ, ਉਹਨਾਂ ਸਾਰਿਆਂ ਨੂੰ ਰਾਹ ਦੱਸਿਆ ਵੀ ਤੁਸੀਂ ਇਸ ਰਾਸਤੇ ਚੱਲੋ ਤੇ ਤਾਂ ਕਰਕੇ ਤੁਹਾਡਾ ਭਲਾ ਹੋਵੇਗਾ। ਜੋ ਤਾ ਕੋ ਮਾਰਗ
ਮੈਂ ਆਏ। ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦੇ ਰਸਤੇ ਤੇ ਚੱਲ ਪਿਆ, ਮਾਰਗ ਤੇ ਚੱਲ ਪਿਆ, ਪੰਥ ਤੇ ਚੱਲ ਪਿਆ ਏ, ਜੋ ਤਾਕੇ ਮਾਰਗ ਮੈਂ ਆਏ ਤੇ ਕਬੂ ਨਾ ਪਾਪ ਸੰਤਾਏ, ਉਹਨੂੰ ਫਿਰ ਪਾਪ ਨਹੀਂ ਸਤਾਉਂਦਾ। ਪਾਪ ਉਹ ਪਾਪ ਨਹੀਂ ਕਰੇਗਾ। ਗੁਰੂ ਨਾਨਕ ਦੇਵ ਜੀ ਨੇ, ਸੱਚੇ ਸਤਿਗੁਰੂ ਨੇ ਇਸ ਤਰ੍ਹਾਂ ਦਾ ਇਹ ਨਿਰਮਲਾ ਪੰਥ ਚਲਾ ਦਿੱਤਾ, ਜਿਹੜਾ ਇਸ ਦੇ ਵਿੱਚ ਆ ਗਿਆ, ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ, ਉਹਨੂੰ ਪਾਪ ਨਹੀਂ ਸੰਤਾਏਗਾ। ਜੇ ਪੰਥ ਤਮਨ ਕੇ ਭਰੇ, ਜਿਹੜੇ ਵੀ ਗੁਰੂ ਨਾਨਕ ਦੇਵ ਜੀ ਦੇ ਪੰਥ ਦੇ ਵਿੱਚ ਆ ਗਏ ਨੇ, ਪਾਪ ਤਾਪ ਤਿੰਨੋਂ ਕਿ ਪ੍ਰਭ ਹਰੇ, ਵਾਹਿਗੁਰੂ ਕਿਰਪਾ ਕਰਦਾ, ਫਿਰ ਉਹਨਾਂ ਦੇ ਪਾਪਾਂ ਦਾ ਨਾਸ਼ ਵੀ ਕਰ ਦਿੰਦਾ ਹੈ। ਦੁੱਖ ਭੁੱਖ ਕਬੂ ਨਾ ਸੰਤਾਏ, ਉਹਨੂੰ ਨਾ ਕੋਈ ਦੁੱਖ ਲੱਗਦਾ, ਨਾ ਕੋਈ ਭੁੱਖ ਰਹਿੰਦੀ ਕਿਸੇ ਪ੍ਰਕਾਰ ਦੀ। ਸੱਚੇ ਸਤਿਗੁਰ ਉਹਨਾਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਨੇ। ਜਾਲ ਕਾਲ ਕੇ ਬੀਚ ਨਾ ਆਏ, ਇੱਥੋਂ ਤੱਕ ਕਿ ਇਹ ਜਿਹੜਾ ਕਲਯੁਗ ਦਾ ਵਿਛਾਇਆ ਹੋਇਆ ਜਾਲ ਹੈ ਨਾ, ਉਹ ਗੁਰਮੁਖ ਪਿਆਰਾ ਗੁਰਸਿੱਖ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦੁਆਰਾ ਇਸ ਜਾਲ ਤੋਂ ਵੀ ਮੁਕਤ ਹੋ ਜਾਂਦਾ ਹੈ। ਸੋ ਇਤਨੀ ਕੁ ਸੇਵਾ ਸੰਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਾਨੂੰ, ਵਾਹਿਗੁਰੂ ਗੁਰਮੰਤਰ ਦੀ, ਮੂਲ ਗੁਰਮੰਤਰ ਦੀ, ਗੁਰਬਾਣੀ ਦੀ, ਬਿਨ ਨਾਵੇ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਜਦੋਂ ਅਸੀਂ ਗੁਰੂ ਦਰ ਤੇ ਆਣ ਕੇ ਨਾਮ ਮੰਗਦੇ ਹਾਂ ਨਾ, ਤੇ ਫਿਰ ਸਾਨੂੰ ਸੁੱਖ ਹੀ ਸੁੱਖ ਮਿਲਦੇ ਨੇ। ਨਾਮ ਤੋਂ ਬਿਨਾਂ ਜਦੋਂ ਹੋਰ ਕੁਝ ਮੰਗ ਲਈਦਾ ਤੇ ਫਿਰ ਭਾਈ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਫਰਮਾਨ ਹੁੰਦਾ, ਬਿਨ ਨਾਵੇਂ, ਬਿਨਾਂ ਨਾਂ ਤੋਂ ਜਿਹੜਾ ਮੰਗਣਾ ਨਾ, ਇਹਦੇ ਨਾਲ ਦੁੱਖ ਹੀ ਦੁੱਖ ਨੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ, ਬਿਨ ਨਾਵੇਂ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ, ਸਬਾਇਆ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲੈਣਾ ਜੀਵ ਦੇ ਗੁਰਿਆਈ, ਸਿਰ ਛਤਰ ਹਰਾਇਆ, ਜੋਤੀ ਜੋਤ ਮਲਾਏ ਕੇ, ਸਤਿਗੁਰ ਨਾਨਕ ਰੂਪ ਵਟਾਇਆ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਫਿਰ ਅੱਗੇ ਬਾਬਾ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੂੰ ਇਹ ਗੁਰਿਆਈ ਦਾ ਜਿਹੜਾ ਮਾਰਗ ਸੀ, ਜਿਹੜਾ ਇਹ ਰਥ ਤੋਰਿਆ ਸੀ, ਇਹ ਸਾਰੀਆਂ ਸੰਗਤਾਂ ਗੁਰੂ ਅੰਗਦ ਦੇਵ ਜੀ ਦੇ ਲੜ ਲਾ ਦਿੱਤੀਆਂ। ਉਪਰੰਤ ਫਿਰ 10ਵੇਂ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਨੂੰ ਲੜ ਲਾ ਦਿੱਤਾ, ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਮੂਹ ਇਲਾਕਾ ਨਿਵਾਸੀ ਜਗਤ, ਸਾਰਾ ਸੰਸਾਰ ਧੰਨ ਗੁਰੂ ਨਾਨਕ ਦੇਵ ਜੀ ਦਾ ਪੁਰਬ ਆਗਮਨ, ਅਵਤਾਰ ਪੁਰਬ ਜਿਹੜਾ ਹੈ, ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾ ਰਹੇ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਸਾਰਿਆਂ ਦਾ ਆਪ ਜੀ ਦੇ ਦਰ ਤੋਂ ਸੇਵਾ ਪ੍ਰਵਾਨ ਕਰਨ, ਹਾਜ਼ਰੀਆਂ ਪ੍ਰਵਾਨ ਕਰਨ। ਸਮੂਹ ਸੰਗਤਾਂ ਦਾ ਗੁਰ ਇਤਿਹਾਸ ਸਰਵਣ ਕੀਤਾ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਸਫਲਾ ਹੋਵੇ। ਦੇਵੋ ਸੱਜਣ ਆਸੀਸ ਰਿਆ, ਜੋ ਹੋਵੇ ਸਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ